हाँ जी, स्वागत है जी तुहाडा सारिਆਂ ਦਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿਦ ਜੋਬ ਅਲਰਟ ਤੇ। ਸੋ ਮਾਸਟਰ ਕਿਟ ਦਾ ਅਗਲਾ ਤੀਸਰਾ ਨਵਾਂ ਟੌਪਿਕ ਹੈ ਜਿਹੜਾ ਸਟਾਰਟ ਕਰਨ ਜਾ ਰਹੇ ਹਾਂ। ਸੋ ਸਿਸਟਮ ਆਫ ਗਵਰਨਮੈਂਟ, ਸਰਕਾਰ ਦਾ ਪ੍ਰਬੰਧ, ਸੋ ਰਾਜ ਪ੍ਰਬੰਧ ਅਤੇ ਸੰਘਾਤਮਕ ਪ੍ਰਣਾਲੀ। ਸੋ ਇਹ ਆਪਣਾ ਟੌਪਿਕ ਹੋਏਗਾ। ਕਲਾਸ 9 ਹੈ। ਸੋ 10 ਵਜੇ ਦਾ ਇਹ ਟਾਈਮ ਹੁੰਦਾ ਕਲਾਸ ਦਾ SST ਦਾ। ਤੀਸਰਾ ਟੌਪਿਕ ਹੈ। ਕੰਟੀਨਿਊ ਤੁਹਾਨੂੰ ਸਿਲੇਬਸ ਦੇ ਅਨੁਸਾਰ, ਟੌਪਿਕ ਦੇ ਅਨੁਸਾਰ ਜੋ ਵੀ ਬਣਦੇ ਕੁਐਸਚਨ ਤੁਹਾਨੂੰ ਪ੍ਰੋਵਾਈਡ ਕਰਦੇ ਹਾਂ। ਸੋ ਇਸ ਤੋਂ ਪਹਿਲਾਂ 2 ਟੌਪਿਕ ਤੇ ਜਿਹੜੇ ਕੁਐਸਚਨ ਤੁਹਾਨੂੰ ਪ੍ਰੋਵਾਈਡ ਕਰ ਦਿੱਤੇ ਗਏ ਨੇ। ਸੋ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਜਾਂ ਫਿਰ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਜ਼ਰੂਰ ਰੀਡ ਕਰ ਲਿਓ। ਤਾਂ ਸਟਾਰਟ ਕਰਦੇ ਹਾਂ ਜੀ ਇਸ ਟੌਪਿਕ ਨਾਲ ਸੰਬੰਧਿਤ MCQ ਪ੍ਰਸ਼ਨ ਉੱਤਰ। ਤਾਂ ਸਰਕਾਰ ਦਾ ਪ੍ਰਬੰਧ, ਸਿਸਟਮ ਆਫ ਗਵਰਨਮੈਂਟ। ਸੋ ਇਹਦੇ ਵਿੱਚ ਮੋਸਟ ਇੰਪੋਰਟੈਂਟ ਕੁਐਸਚਨ ਜਿਹੜੇ ਆ ਜਾਣਗੇ। ਸੋ 198 ਨੰਬਰ ਪ੍ਰਸ਼ਨ ਤੋਂ ਸਟਾਰਟ ਕਰਾਂਗੇ। ਭਾਰਤ ਵਿੱਚ ਸਰਕਾਰ ਦਾ ਕਿਹੜਾ ਰੂਪ ਹੈ? ਆਪਣੀ ਇੰਡੀਆ ਦੇ ਵਿੱਚ ਸੰਸਦੀ ਸਰਕਾਰ ਹੈ, ਪ੍ਰਧਾਨਗੀ ਸਰਕਾਰ ਹੈ, ਤਾਨਾਸ਼ਾਹੀ ਸਰਕਾਰ ਹੈ ਜਾਂ ਫਿਰ ਪ੍ਰਤੱਖ ਸਰਕਾਰ ਹੈ। ਤਾਂ ਆਪਣੇ ਭਾਰਤ ਦੇ ਵਿੱਚ ਸਰਕਾਰ ਦਾ ਰੂਪ ਹੈ ਜਿਹੜਾ ਉਹ ਸੰਸਦੀ ਸਰਕਾਰ ਹੈ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਜੇਕਰ ਕਿਸੇ ਦੇਸ਼ ਦੇ ਵਿੱਚ ਕਾਰਜਪਾਲਿਕਾ ਅਤੇ ਵਿਧਾਨ ਪਾਲਿਕਾ ਦੇ ਵਿੱਚ ਚੰਗੇ ਸੰਬੰਧ ਹੋਣ ਤਾਂ ਸਰਕਾਰ ਦਾ ਕਿਹੜਾ ਰੂਪ ਹੋਏਗਾ? ਸੰਸਦੀ ਸਰਕਾਰ, ਪ੍ਰਧਾਨਗੀ ਸਰਕਾਰ, ਤਾਨਾਸ਼ਾਹੀ ਸਰਕਾਰ ਜਾਂ ਫਿਰ ਪ੍ਰਤੱਖ ਸਰਕਾਰ। ਅਗਰ ਕੋਈ ਵੀ ਦੇਸ਼ ਇਹਨਾਂ ਨੇ ਕਿਹਾ ਗਿਆ ਹੈ, ਹੋ ਸਕਦਾ ਕਨਫਿਊਜ਼ ਕਰ ਲਈ ਤੁਹਾਨੂੰ ਇੱਥੇ ਭਾਰਤ ਪਾ ਦੇਣ ਜਾਂ ਕੋਈ ਹੋਰ ਕੰਟਰੀ ਦਾ ਨਾਮ ਪਾ ਦੇਣ, ਕਿਉਂਕਿ ਸਿਰਫ ਜਿਹੜਾ ਕੁਐਸਚਨ ਹੈ ਕਾਰਜਪਾਲਿਕਾ ਅਤੇ ਵਿਧਾਨ ਪਾਲਿਕਾ ਇਹਨਾਂ ਦੋਨਾਂ ਦੇ ਵਿੱਚ ਚੰਗੇ ਸੰਬੰਧ ਹੋਣ ਤਾਂ ਜਿਹੜਾ ਸੰਸਦੀ ਸਰਕਾਰ ਦਾ ਜਿਹੜਾ ਰੂਪ ਹੋਏਗਾ। ਸੋ ਭਾਰਤ ਵਿੱਚ ਸੰਸਦੀ ਸਰਕਾਰ ਹੈ, ਕਾਰਜਪਾਲਿਕਾ ਵਿਧਾਨ ਪਾਲਿਕਾ ਦੇ ਵਿੱਚ ਚੰਗੇ ਸੰਬੰਧ ਹੋਣ ਤਾਂ ਸੰਸਦੀ ਸਰਕਾਰ ਹੈ ਜਿਹੜੀ ਹੋਏਗੀ। ਸਰਕਾਰ ਦਾ ਇਹ ਰੂਪ ਹੈ ਜਿਹੜਾ ਹੋਏਗਾ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਇਸੇ ਦੇ ਉਲਟ ਕੁਐਸਚਨ ਹੈ, ਜੇਕਰ ਕਿਸੇ ਦੇਸ਼ ਦੇ ਵਿੱਚ ਕਾਰਜਪਾਲਿਕਾ ਅਤੇ ਵਿਧਾਨ ਪਾਲਿਕਾ ਦੇ ਵਿੱਚ ਕੋਈ ਵੀ ਸੰਬੰਧ ਨਾ ਹੋਣ ਤਾਂ ਉੱਥੇ ਸਰਕਾਰ ਦਾ ਕਿਹੜਾ ਰੂਪ ਹੋਏਗਾ? ਸੋ ਸੰਸਦੀ ਸਰਕਾਰ ਤਾਂ ਨਹੀਂ ਹੋਏਗੀ, ਇਹ ਤਾਂ ਬਿਲਕੁਲ ਅਸ਼ੋਰ ਹੈ। ਤਾਂ ਉੱਥੇ ਹੋਏਗਾ ਜੀ ਪ੍ਰਧਾਨਗੀ ਸਰਕਾਰ। ਆਪਸ਼ਨ ਆੜਾ। ਜੇਕਰ ਕਾਰਜਪਾਲਿਕਾ ਅਤੇ ਵਿਧਾਨ ਪਾਲਿਕਾ ਦੇ ਵਿੱਚ ਚੰਗੇ ਸੰਬੰਧ ਨੇ ਤਾਂ ਸਰਕਾਰ ਦਾ ਰੂਪ ਜਿਹੜਾ ਸੰਸਦੀ ਸਰਕਾਰ ਵਾਲਾ ਹੋਏਗਾ। ਜੇਕਰ ਚੰਗੇ ਸੰਬੰਧ ਨਹੀਂ ਤਾਂ ਪ੍ਰਧਾਨਗੀ ਸਰਕਾਰ ਹੋਏਗੀ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਭਾਰਤ ਨੇ ਸੰਸਦੀ ਪ੍ਰਣਾਲੀ ਦਾ ਸਿਧਾਂਤ ਕਿਸ ਦੇਸ਼ ਤੋਂ ਲਿਆ? ਅਮਰੀਕਾ, ਜਾਪਾਨ, ਫਰਾਂਸ ਜਾਂ ਫਿਰ ਇੰਗਲੈਂਡ ਤੋਂ। ਤਾਂ ਪਹਿਲਾਂ ਵੀ ਆਪਾਂ ਸਾਰਣੀਆਂ ਦੇ ਵਿੱਚ ਇਹ ਕੁਐਸਚਨ ਪੜ੍ਹੇ ਹੈ। ਤਾਂ ਭਾਰਤ ਨੇ ਜਿਹੜਾ ਸੰਸਦੀ ਪ੍ਰਣਾਲੀ ਦਾ ਸਿਧਾਂਤ ਹੈ ਉਹ ਇੰਗਲੈਂਡ ਤੋਂ ਲਿਆ। ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਆਏਗਾ। ਸੋ ਨਾਲ ਦੀ ਨਾਲ ਕਮੈਂਟ ਜ਼ਰੂਰ ਕਰ ਦਿਆ ਕਰੋ, ਗਲਤ ਹੋ ਜਾਏਗਾ ਕੋਈ ਗੱਲ ਨਹੀਂ। ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ, ਅੱਗੇ ਜ਼ਰੂਰ ਸ਼ੇਅਰ ਕਰਿਆ ਕਰੋ। ਵਿਸ਼ਵ ਦਾ ਪਹਿਲਾ ਦੇਸ਼ ਦੱਸੋ ਜਿੱਥੇ ਸੰਸਦੀ ਪ੍ਰਣਾਲੀ ਦੀ ਸਰਕਾਰ ਹੈ ਜਿਹੜੀ ਅਪਣਾਈ ਗਈ ਸੀ? ਅਮਰੀਕਾ, ਜਾਪਾਨ, ਫਰਾਂਸ ਜਾਂ ਫਿਰ ਇੰਗਲੈਂਡ। ਸੋ ਇਹਦਾ ਆਨਸਰ ਤੁਹਾਨੂੰ ਪਤਾ ਲੱਗ ਜਾਏਗਾ, ਲੱਗ ਹੀ ਗਿਆ ਹੋਏਗਾ। ਸੋ ਪਹਿਲਾਂ ਹੁਣੇ ਆਪਾਂ ਕੁਐਸਚਨ ਕਰਕੇ ਹਟੇ ਹਾਂ। ਤਾਂ ਉਹ ਦੇਸ਼ ਹੈ ਜੀ ਇੰਗਲੈਂਡ। ਇੰਗਲੈਂਡ ਦੇਸ਼ ਸੀਗਾ ਜਿੱਥੇ ਸੰਸਦੀ ਪ੍ਰਣਾਲੀ ਦੀ ਸਰਕਾਰ ਹੈ ਜਿਹੜੀ ਅਪਣਾਈ ਗਈ ਸੀ ਅਤੇ ਭਾਰਤ ਨੇ ਸੰਸਦੀ ਪ੍ਰਣਾਲੀ ਦਾ ਸਿਧਾਂਤ ਹੈ ਜਿਹੜਾ ਉਹ ਵੀ ਇੰਗਲੈਂਡ ਤੋਂ ਲਿਆ। ਸੋ ਇਸ ਤੋਂ ਪਹਿਲਾਂ ਵਾਲਾ ਕੁਐਸਚਨ ਆਪਾਂ ਨੇ ਕਰਿਆ ਸੀ। ਤਾਂ ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਪ੍ਰਧਾਨਗੀ ਸ਼ਾਸਨ ਪ੍ਰਣਾਲੀ ਵਾਲਾ ਦੇਸ਼ ਕਿਹੜਾ ਹੈ? ਭਾਰਤ, ਅਮਰੀਕਾ, ਕੈਨੇਡਾ ਜਾਂ ਫਿਰ ਆਸਟ੍ਰੇਲੀਆ। ਤਾਂ ਪ੍ਰਧਾਨਗੀ ਸ਼ਾਸਨ ਪ੍ਰਣਾਲੀ ਵਾਲਾ ਦੇਸ਼ ਹੈ ਜਿਹੜਾ ਉਹ ਅਮਰੀਕਾ ਹੈ। ਇੱਥੇ ਪ੍ਰਧਾਨਗੀ ਸ਼ਾਸਨ ਪ੍ਰਣਾਲੀ ਚੱਲਦੀ ਹੈ। ਦੋਹਰੀ ਨਾਗਰਿਕਤਾ ਵਾਲਾ ਦੇਸ਼ ਹੈ ਅਮਰੀਕਾ। ਸੋ ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਸੰਸਦੀ ਸਰਕਾਰ ਨੂੰ ਹੋਰ ਕਿਹੜੇ ਨਾਵਾਂ ਨਾਲ ਜਾਣਿਆ ਜਾਂਦਾ ਹੈ? ਮੰਤਰੀ ਮੰਡਲ ਸਰਕਾਰ, ਜ਼ਿੰਮੇਵਾਰ ਸਰਕਾਰ, ਪ੍ਰਤੀਨਿਧੀ ਸਰਕਾਰ ਜਾਂ ਉਪਰੋਕਤ ਸਾਰੀ। ਤਾਂ ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ ਇਹ। ਤਾਂ ਸੰਸਦੀ ਸਰਕਾਰ ਨੂੰ ਇਹਨਾਂ ਸਾਰਿਆਂ ਨਾਵਾਂ ਨਾਲ ਹੀ ਜਾਣਿਆ ਜਾਂਦਾ ਹੈ, ਮੰਤਰੀ ਮੰਡਲ ਦੀ ਸਰਕਾਰ ਨਾਲ, ਜ਼ਿੰਮੇਵਾਰ ਸਰਕਾਰ ਨਾਲ ਅਤੇ ਪ੍ਰਤੀਨਿਧੀ ਸਰਕਾਰ ਨਾਲ। ਤਾਂ ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਭਾਰਤੀ ਕੇਂਦਰ ਵਿੱਚ ਸੰਸਦੀ ਪ੍ਰਣਾਲੀ ਦੀ ਸਰਕਾਰ ਦੀ ਵਿਵਸਥਾ ਕਿਸ ਅਨੁਛੇਦ ਦੇ ਅਧੀਨ ਕੀਤੀ ਗਈ ਹੈ? ਅਨੁਛੇਦ 74, 75, 163, 64, 128 ਜਾਂ 130 ਜਾਂ ਫਿਰ ਅਨੁਛੇਦ 324 ਦੇ ਤਹਿਤ।
ਤਾਂ ਭਾਰਤੀ ਕੇਂਦਰ ਦੇ ਵਿੱਚ ਸੰਸਦੀ ਪ੍ਰਣਾਲੀ ਦੀ ਸਰਕਾਰ ਦੀ ਜਿਹੜੀ ਵਿਵਸਥਾ ਹੈ ਉਹ ਅਨੁਛੇਦ 74 ਅਤੇ 75 ਦੇ ਅਧੀਨ ਕੀਤੀ ਗਈ ਹੈ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਪ੍ਰਾਂਤਾਂ ਵਿੱਚ ਪ੍ਰਤੀਨਿਧੀ ਸਰਕਾਰ ਸੰਸਦੀ ਸਰਕਾਰ ਦੀ ਵਿਵਸਥਾ ਕਿਸ ਅਨੁਛੇਦ ਦੇ ਅੰਤਰਗਤ ਕੀਤੀ ਗਈ ਹੈ? ਸੋ 74-75 ਦੇ ਵਿੱਚ ਨਹੀਂ ਆਏਗਾ। ਤਾਂ ਇਹ ਕੀਤੀ ਗਈ ਹੈ ਜੀ ਅਨੁਛੇਦ 163 ਅਤੇ 164 ਦੇ ਅੰਤਰਗਤ ਹੈ ਜਿਹੜੀ ਪ੍ਰਾਂਤਾਂ ਦੇ ਵਿੱਚ ਪ੍ਰਤੀਨਿਧੀ ਸਰਕਾਰ ਜਾਂ ਸੰਸਦੀ ਸਰਕਾਰ। ਸੋ ਇਹ ਅਲੱਗ-ਅਲੱਗ ਨਾਮ ਨੇ, ਆਪਾਂ ਉੱਪਰ ਪੜ੍ਹ ਕੇ ਆਏ ਕੁਐਸਚਨ ਨੰਬਰ 204 ਪ੍ਰਤੀਨਿਧੀ ਸਰਕਾਰ ਜਾਂ ਸੰਸਦੀ ਸਰਕਾਰ ਜਾਂ ਜ਼ਿੰਮੇਵਾਰ ਸਰਕਾਰ। ਤਾਂ ਇਹਦੀ ਜਿਹੜੀ ਵਿਵਸਥਾ ਹੈ 163 164 ਅਨੁਛੇਦ ਦੇ ਅੰਤਰਗਤ ਹੈ ਜਿਹੜੀ ਕੀਤੀ ਗਈ ਹੈ ਪ੍ਰਾਂਤਾਂ ਦੇ ਵਿੱਚ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਸਰਕਾਰ ਦੇ ਕਿਸ ਰੂਪ ਨੂੰ ਵੈਸਟ ਮਿਨਿਸਟਰ ਮਾਡਲ ਆਫ ਗਵਰਨਮੈਂਟ ਜਾਂ ਕੈਬਨਿਟ ਸਰਕਾਰ ਕਿਹਾ ਜਾਂਦਾ ਹੈ? ਸੰਸਦੀ ਸਰਕਾਰ ਨੂੰ, ਪ੍ਰਧਾਨਗੀ ਸਰਕਾਰ ਨੂੰ, ਤਾਨਾਸ਼ਾਹੀ ਸਰਕਾਰ ਨੂੰ ਜਾਂ ਫਿਰ ਉਪਰੋਕਤ ਸਾਰਿਆਂ ਨੂੰ? ਤਾਂ ਇਹ ਕਿਹਾ ਜਾਂਦਾ ਜੀ ਸੰਸਦੀ ਸਰਕਾਰ ਨੂੰ। ਕੈਬਨਿਟ ਸਰਕਾਰ ਵੀ ਕਿਹਾ ਜਾਂਦਾ ਹੈ ਸਰਕਾਰ ਦੇ ਰੂਪ ਨੂੰ, ਜਾਂ ਫਿਰ ਵੈਸਟ ਮਿਨਿਸਟਰ ਮਾਡਲ ਆਫ ਗਵਰਨਮੈਂਟ। ਤਾਂ ਇਸ ਤਰ੍ਹਾਂ ਦਾ ਨਾਮ ਅਕਸਰ ਐਗਜ਼ਾਮ ਦੇ ਵਿੱਚ ਪਾਇਆ ਜਾਂਦਾ ਹੈ, ਕਿਉਂਕਿ ਕੈਬਨਿਟ ਸਰਕਾਰ ਆਪਾਂ ਅਕਸਰ ਪੜ੍ਹਦੇ ਰਹਿੰਦੇ ਹਾਂ, ਤਾਂ ਜ਼ਰੂਰ ਧਿਆਨ ਵਿੱਚ ਰੱਖਿਓ। ਤਾਂ ਸੰਸਦੀ ਸਰਕਾਰ ਰਾਈਟ ਆਨਸਰ ਆਏਗਾ ਆਪਸ਼ਨ ਊੜਾ। ਸੰਸਦੀ ਸ਼ਾਸਨ ਪ੍ਰਣਾਲੀ ਵਾਲਾ ਦੇਸ਼ ਕਿਹੜਾ ਹੈ? ਇੰਗਲੈਂਡ, ਜਾਪਾਨ, ਕੈਨੇਡਾ ਜਾਂ ਉਪਰੋਕਤ ਸਾਰੇ? ਤਾਂ ਉਪਰੋਕਤ ਸਾਰੇ ਦੇਸ਼ ਨੇ ਜਿਹੜੇ ਸੰਸਦੀ ਸ਼ਾਸਨ ਪ੍ਰਣਾਲੀ ਵਾਲੇ ਨੇ, ਇੰਗਲੈਂਡ ਹੈ, ਜਾਪਾਨ ਹੈ ਅਤੇ ਕੈਨੇਡਾ ਹੈ, ਜਿੱਥੇ ਸੰਸਦੀ ਪ੍ਰਣਾਲੀ ਪ੍ਰਚਲਿਤ ਹੈ। ਤਾਂ ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ, ਗੈਰ ਪ੍ਰਤੀਨਿਧੀ ਜਾਂ ਗੈਰ ਸੰਸਦੀ ਸਰਕਾਰ ਸਰਕਾਰ ਦੇ ਕਿਹੜੇ ਰੂਪ ਦਾ ਦੂਜਾ ਨਾਮ ਹੈ? ਸੰਸਦੀ, ਪ੍ਰਧਾਨਗੀ, ਲੋਕਤੰਤਰੀ ਜਾਂ ਫਿਰ ਪ੍ਰਤੱਖ ਸਰਕਾਰ ਦਾ? ਤਾਂ ਇਹ ਹੈ ਜੀ ਪ੍ਰਧਾਨਗੀ ਸਰਕਾਰ ਦਾ ਰੂਪ। ਆਪਸ਼ਨ ਆੜਾ ਇਸ ਦਾ ਦੂਜਾ ਰੂਪ ਹੈ। ਗੈਰ ਪ੍ਰਤੀਨਿਧੀ ਜਾਂ ਗੈਰ ਸੰਸਦੀ ਸਰਕਾਰ ਹੈ ਜਿਹੜੀ, ਤਾਂ ਇਹ ਪ੍ਰਧਾਨਗੀ ਰੂਪ ਦਾ ਦੂਸਰਾ ਨਾਮ ਹੈ ਸਰਕਾਰ ਦੇ। ਤਾਂ ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਪ੍ਰਧਾਨਗੀ ਸ਼ਾਸਨ ਪ੍ਰਣਾਲੀ ਕਿਹੜੇ-ਕਿਹੜੇ ਦੇਸ਼ਾਂ ਦੇ ਵਿੱਚ ਹੈ? ਅਮਰੀਕਾ, ਬ੍ਰਾਜ਼ੀਲ, ਰੂਸ ਜਾਂ ਫਿਰ ਉਪਰੋਕਤ ਸਾਰੇ? ਤਾਂ ਪ੍ਰਧਾਨਗੀ ਸ਼ਾਸਨ ਪ੍ਰਣਾਲੀ ਹੈ ਜਿਹੜੀ ਉਪਰੋਕਤ ਸਾਰਿਆਂ 'ਚ ਹੈ, ਜਿਹਦੇ ਵਿੱਚ ਬ੍ਰਾਜ਼ੀਲ ਵੀ ਆ ਗਿਆ, ਅਮਰੀਕਾ ਵੀ ਆ ਗਿਆ ਅਤੇ ਰੂਸ ਵੀ ਆ ਗਿਆ। ਅਤੇ ਸੰਸਦੀ ਸ਼ਾਸਨ ਪ੍ਰਣਾਲੀ ਹੈ ਜਿਹੜੀ ਉਹ ਕੈਨੇਡਾ, ਜਾਪਾਨ, ਇੰਗਲੈਂਡ, ਜਾਪਾਨ ਅਤੇ ਕੈਨੇਡਾ ਦੇ ਵਿੱਚ ਹੈ। ਤਾਂ ਇਹ ਜ਼ਰੂਰ ਯਾਦ ਰੱਖਿਓ। ਅਗਲਾ ਪ੍ਰਸ਼ਨ ਹੈ, ਸੰਸਦੀ ਪ੍ਰਣਾਲੀ ਦੀ ਸਰਕਾਰ ਨੂੰ ਉੱਤਰਦਾਈ ਜਾਂ ਜ਼ਿੰਮੇਵਾਰ ਸਰਕਾਰ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਲੋਕ ਸਭਾ ਆਪਣੇ ਕਾਰਜਾਂ ਲਈ ਮੰਤਰੀ ਪਰਿਸ਼ਦ ਦੇ ਸਾਹਮਣੇ ਉੱਤਰਦਾਈ ਹੁੰਦੀ ਹੈ, ਜਾਂ ਮੰਤਰੀ ਪਰਿਸ਼ਦ ਆਪਣੇ ਕਾਰਜਾਂ ਲਈ ਲੋਕ ਸਭਾ ਦੇ ਸਾਹਮਣੇ ਉੱਤਰਦਾਈ ਹੁੰਦੀ ਹੈ, ਕਿਉਂਕਿ ਪ੍ਰਧਾਨ ਮੰਤਰੀ ਰਾਜ ਸਭਾ ਦੇ ਸਾਹਮਣੇ ਉੱਤਰਦਾਈ ਹੁੰਦਾ ਹੈ, ਜਾਂ ਫਿਰ ਮੰਤਰੀ ਪਰਿਸ਼ਦ ਰਾਸ਼ਟਰਪਤੀ ਦੇ ਸਾਹਮਣੇ ਉੱਤਰਦਾਈ ਹੁੰਦਾ ਹੈ। ਤਾਂ ਸੰਸਦੀ ਪ੍ਰਣਾਲੀ ਦੀ ਸਰਕਾਰ ਹੈ ਜਿਹੜੀ ਉੱਤਰਦਾਈ ਜਾਂ ਜ਼ਿੰਮੇਵਾਰ ਸਰਕਾਰ ਹੈ ਜਿਹੜੀ, ਇਸ ਨੂੰ ਕਿਉਂ ਕਿਹਾ ਜਾਂਦਾ ਹੈ? ਤਾਂ ਆਪਸ਼ਨ ਆੜਾ ਰਾਈਟ ਆਨਸਰ ਬਣੇਗਾ, ਕਿਉਂਕਿ ਮੰਤਰੀ ਪਰਿਸ਼ਦ ਹੈ ਜਿਹੜੀ ਆਪਣੇ ਕਾਰਜਾਂ ਯਾਨੀ ਕਿ ਕੰਮਾਂ ਦੇ ਲਈ ਲੋਕ ਸਭਾ ਦੇ ਸਾਹਮਣੇ ਹੈ ਉਹ ਉੱਤਰਦਾਈ ਹੁੰਦੀ ਹੈ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ, ਸੰਸਦੀ ਪ੍ਰਣਾਲੀ ਦੀ ਸਰਕਾਰ ਵਿੱਚ ਦੇਸ਼ ਦਾ ਨਾਮ ਮਾਤਰ ਕਾਰਜ ਸਾਧਕ ਮੁਖੀ ਕੌਣ ਹੁੰਦਾ ਹੈ? ਰਾਸ਼ਟਰਪਤੀ, ਪ੍ਰਧਾਨ ਮੰਤਰੀ, ਰਾਜਪਾਲ ਜਾਂ ਫਿਰ ਮੰਤਰੀ ਮੰਡਲ? ਤਾਂ ਇਹ ਹੁੰਦਾ ਜੀ ਰਾਸ਼ਟਰਪਤੀ। ਆਪਸ਼ਨ ਊੜਾ। ਜੋ ਸੰਸਦੀ ਪ੍ਰਣਾਲੀ ਦੀ ਸਰਕਾਰ ਹੁੰਦੀ ਹੈ ਤਾਂ ਇਸ ਦੇ ਵਿੱਚ ਦੇਸ਼ ਦਾ ਨਾਮ ਮਾਤਰ ਕਾਰਜ ਸਾਧਕ ਮੁਖੀ ਜਿਹੜਾ ਹੁੰਦਾ ਹੈ ਉਹ ਰਾਸ਼ਟਰਪਤੀ ਹੁੰਦਾ ਹੈ। ਇਸ ਤੋਂ ਇਲਾਵਾ ਰਾਸ਼ਟਰਪਤੀ ਨੂੰ ਜਿਹੜਾ ਰਬੜ ਦੀ ਮੋਹਰ ਵੀ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ ਹੈ, ਸੰਸਦੀ ਸਰਕਾਰ ਵਿੱਚ ਸ਼ਕਤੀਆਂ ਦੀ ਅਸਲੀ ਕਾਰਜਪਾਲਿਕਾ ਕੌਣ ਹੁੰਦੀ ਹੈ? ਰਾਸ਼ਟਰਪਤੀ, ਪ੍ਰਧਾਨ ਮੰਤਰੀ ਸਮੇਤ ਮੰਤਰੀ ਮੰਡਲ, ਰਾਜਪਾਲ ਜਾਂ ਫਿਰ ਲੋਕ ਸਭਾ? ਤਾਂ ਸੰਸਦੀ ਸਰਕਾਰ ਦੇ ਵਿੱਚ ਸ਼ਕਤੀਆਂ ਦੀ ਅਸਲੀ ਜਿਹੜੀ ਕਾਰਜਪਾਲਿਕਾ ਹੁੰਦੀ ਹੈ ਉਹ ਪ੍ਰਧਾਨ ਮੰਤਰੀ ਸਮੇਤ ਮੰਤਰੀ ਮੰਡਲ ਹੁੰਦਾ ਹੈ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਭਾਰਤ ਵਿੱਚ ਦੇਸ਼ ਦਾ ਮੁਖੀ ਹੈੱਡ ਆਫ ਦਾ ਸਟੇਟ
ਕਿਸ ਨੂੰ ਕਿਹਾ ਜਾਂਦਾ ਹੈ? ਮੰਤਰੀ ਮੰਡਲ, ਰਾਸ਼ਟਰਪਤੀ, ਪ੍ਰਧਾਨ ਮੰਤਰੀ ਜਾਂ ਫਿਰ ਮੰਤਰੀ ਪਰਿਸ਼ਦ ਨੂੰ। ਤਾਂ ਹੈੱਡ ਆਫ ਦਾ ਸਟੇਟ ਹੈ ਜਿਹੜਾ ਉਹ ਰਾਸ਼ਟਰਪਤੀ ਨੂੰ ਕਿਹਾ ਜਾਂਦਾ ਹੈ। ਭਾਰਤ ਦੇ ਵਿੱਚ ਦੇਸ਼ ਦਾ ਮੁਖੀ ਰਾਸ਼ਟਰਪਤੀ ਹੁੰਦਾ ਹੈ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਭਾਰਤ ਵਿੱਚ ਸਰਕਾਰ ਦਾ ਮੁਖੀ ਹੈੱਡ ਆਫ ਦਾ ਗਵਰਨਮੈਂਟ ਕਿਸ ਨੂੰ ਕਿਹਾ ਜਾਂਦਾ ਹੈ? ਮੰਤਰੀ ਮੰਡਲ ਨੂੰ, ਰਾਸ਼ਟਰਪਤੀ ਨੂੰ, ਪ੍ਰਧਾਨ ਮੰਤਰੀ ਨੂੰ ਜਾਂ ਫਿਰ ਮੰਤਰੀ ਪਰਿਸ਼ਦ ਨੂੰ। ਤਾਂ ਭਾਰਤ ਦੇ ਵਿੱਚ ਸਰਕਾਰ ਦਾ ਮੁਖੀ ਹੈੱਡ ਆਫ ਦਾ ਗਵਰਨਮੈਂਟ ਹੈ ਜਿਹੜਾ ਉਹ ਪ੍ਰਧਾਨ ਮੰਤਰੀ ਨੂੰ ਕਿਹਾ ਜਾਂਦਾ ਹੈ। ਆਪਸ਼ਨ ਈਡੀ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਮੰਤਰੀ ਪਰਿਸ਼ਦ ਦੀ ਵਿਵਸਥਾ ਭਾਰਤੀ ਸੰਵਿਧਾਨ ਦੇ ਕਿਸ ਅਨੁਛੇਦ ਦੇ ਤਹਿਤ ਕੀਤੀ ਗਈ? ਅਨੁਛੇਦ 74, 76, 78 ਜਾਂ ਫਿਰ 79। ਤਾਂ ਇਹ ਵਿਵਸਥਾ ਕੀਤੀ ਗਈ ਹੈ ਜੀ ਅਨੁਛੇਦ 74 ਦੇ ਤਹਿਤ ਹੈ ਜਿਹੜੀ ਮੰਤਰੀ ਪਰਿਸ਼ਦ ਦੀ ਵਿਵਸਥਾ ਹੈ ਜਿਹੜੀ ਉਹ ਭਾਰਤ ਦੇ ਸੰਵਿਧਾਨ ਦੇ ਵਿੱਚ ਕੀਤੀ ਗਈ ਹੈ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਕੇਂਦਰੀ ਮੰਤਰੀ ਮੰਡਲ ਕਾਉਂਸਲ ਆਫ ਮਿਨਿਸਟਰਸ ਦਾ ਮੁਖੀ ਜਾਂ ਨੇਤਾ ਕੌਣ ਹੁੰਦਾ ਹੈ? ਮੁੱਖ ਮੰਤਰੀ, ਪ੍ਰਧਾਨ ਮੰਤਰੀ, ਰਾਜਪਾਲ ਜਾਂ ਫਿਰ ਰਾਸ਼ਟਰਪਤੀ। ਤਾਂ ਕੇਂਦਰੀ ਮੰਤਰੀ ਮੰਡਲ ਦਾ ਮੁਖੀ ਜਾਂ ਨੇਤਾ ਜਿਹੜਾ ਉਹ ਪ੍ਰਧਾਨ ਮੰਤਰੀ ਹੁੰਦਾ ਹੈ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਸੰਸਦੀ ਸਰਕਾਰ ਦੀਆਂ ਵਿਸ਼ੇਸ਼ਤਾਵਾਂ ਕੀ ਹੁੰਦੀਆਂ ਨੇ? ਇਹ ਤਿੰਨੋਂ ਨੇ ਜਾਂ ਫਿਰ ਕੋਈ ਇੱਕ ਹੈ। ਮੁੱਖ ਕਾਰਜ ਸਾਧਕ ਮੁਖੀ ਨਾਮ ਮਾਤਰ ਦਾ ਮੁਖੀ, ਮੰਤਰੀ ਮੰਡਲ ਵਾਸਤਵਿਕ ਕਾਰਜ ਸਾਧਕ, ਕਾਰਜਪਾਲਿਕਾ ਅਤੇ ਵਿਧਾਨ ਪਾਲਿਕਾ ਦੇ ਵਿੱਚ ਗੂੜੇ ਸੰਬੰਧ ਜਾਂ ਫਿਰ ਉਪਰੋਕਤ ਸਾਰੇ। ਤਾਂ ਉਪਰੋਕਤ ਸਾਰੇ ਸਾਡਾ ਰਾਈਟ ਆਨਸਰ ਆਏਗਾ ਕਿਉਂਕਿ ਤਿੰਨੇ ਕਥਨ ਸਹੀ ਨੇ। ਇਹ ਸੰਸਦੀ ਸਰਕਾਰ ਦੀਆਂ ਵਿਸ਼ੇਸ਼ਤਾਵਾਂ ਨੇ। ਤਾਂ ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਕੇਂਦਰੀ ਮੰਤਰੀ ਪਰਿਸ਼ਦ ਆਪਣੇ ਕਾਰਜਾਂ ਲਈ ਯਾਨੀ ਕਿ ਕੰਮਾਂ ਲਈ ਕਿਸ ਦੇ ਸਾਹਮਣੇ ਉੱਤਰਦਾਈ ਹੁੰਦੀ ਹੈ? ਲੋਕ ਸਭਾ, ਰਾਜ ਸਭਾ, ਵਿਧਾਨ ਸਭਾ ਜਾਂ ਫਿਰ ਵਿਧਾਨ ਪਰਿਸ਼ਦ ਦੇ। ਤਾਂ ਇਹ ਹੁੰਦੀ ਹੈ ਜੀ ਲੋਕ ਸਭਾ ਦੇ ਸਾਹਮਣੇ ਜੋ ਕੇਂਦਰੀ ਮੰਤਰੀ ਪਰਿਸ਼ਦ ਹੈ ਆਪਣੇ ਕੰਮਾਂ ਲਈ ਲੋਕ ਸਭਾ ਦੇ ਸਾਹਮਣੇ ਜਿਹੜੀ ਉੱਤਰਦਾਈ ਹੁੰਦੀ ਹੈ। ਅਗਲਾ ਪ੍ਰਸ਼ਨ ਹੈ, ਸੰਵਿਧਾਨ ਦਾ ਕਿਹੜਾ ਅਨੁਛੇਦ ਇਹ ਤੈਅ ਕਰਦਾ ਹੈ ਕਿ ਮੰਤਰੀ ਪਰਿਸ਼ਦ ਸੰਸਦ ਖਾਸ ਕਰਕੇ ਲੋਕ ਸਭਾ ਦੇ ਸਾਹਮਣੇ ਉੱਤਰਦਾਈ ਹੋਏਗਾ? ਅਨੁਛੇਦ 75, ਅਨੁਛੇਦ 76, ਅਨੁਛੇਦ 77 ਜਾਂ ਫਿਰ ਅਨੁਛੇਦ 78। ਤਾਂ ਇਹ ਅਨੁਛੇਦ ਹੈ ਜੀ 75 ਜਿਹੜਾ ਇਹ ਤੈਅ ਕਰਦਾ ਹੈ ਕਿ ਜੋ ਮੰਤਰੀ ਪਰਿਸ਼ਦ ਹੈ ਸੰਸਦ ਦੇ ਵਿੱਚ ਖਾਸ ਕਰਕੇ ਲੋਕ ਸਭਾ ਦੇ ਸਾਹਮਣੇ ਉੱਤਰਦਾਈ ਹੋਏਗਾ। ਸੋ ਇਹ ਅਨੁਛੇਦ ਜਿਹੜਾ 75 ਤੈਅ ਕਰਦਾ ਹੈ। ਸੋ ਆਪਾਂ ਮੰਤਰੀ ਪਰਿਸ਼ਦ ਵਾਲਾ ਕੁਐਸਚਨ ਉੱਪਰ ਵੀ ਪੜ੍ਹਿਆ ਹੈ, ਆਪਣੇ ਕਾਰਜਾਂ ਲਈ ਕਿਸ ਦੇ ਸਾਹਮਣੇ ਉੱਤਰਦਾਈ ਹੁੰਦੀ ਹੈ? ਲੋਕ ਸਭਾ ਦੇ। ਕਿਹੜਾ ਅਨੁਛੇਦ ਇਹ ਤੈਅ ਕਰਦਾ ਕਿ ਮੰਤਰੀ ਪਰਿਸ਼ਦ ਹੈ ਜਿਹੜੀ ਲੋਕ ਸਭਾ ਦੇ ਸਾਹਮਣੇ ਉੱਤਰਦਾਈ ਹੋਏਗੀ? ਤਾਂ ਉਹ ਆ ਗਿਆ ਅਨੁਛੇਦ 75। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਕੇਂਦਰੀ ਮੰਤਰੀ ਪਰਿਸ਼ਦ ਨੂੰ ਕਿਸ ਦੇ ਦੁਆਰਾ ਭੰਗ ਕੀਤਾ ਜਾ ਸਕਦਾ ਹੈ? ਮੁੱਖ ਮੰਤਰੀ, ਪ੍ਰਧਾਨ ਮੰਤਰੀ, ਵਿਧਾਨ ਸਭਾ ਜਾਂ ਫਿਰ ਲੋਕ ਸਭਾ ਦੇ ਦੁਆਰਾ। ਤਾਂ ਇਹ ਹੈ ਜਿਹੜਾ ਲੋਕ ਸਭਾ ਦੇ ਦੁਆਰਾ ਭੰਗ ਕੀਤਾ ਜਾ ਸਕਦਾ ਹੈ ਕੇਂਦਰੀ ਮੰਤਰੀ ਪਰਿਸ਼ਦ ਹੁੰਦੀ ਹੈ ਜਿਹੜੀ। ਆਪਸ਼ਨ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਜੇਕਰ ਮੰਤਰੀ ਮੰਡਲ ਦਾ ਕੋਈ ਵੀ ਮੈਂਬਰ ਸੰਸਦ ਦਾ ਮੈਂਬਰ ਨਹੀਂ ਹੈ ਤਾਂ ਉਸ ਨੂੰ ਸੰਸਦ ਦੀ ਮੈਂਬਰੀ ਗ੍ਰਹਿਣ ਕਰਨ ਲਈ ਕਿੰਨਾ ਸਮਾਂ ਜਿਹੜਾ ਦਿੱਤਾ ਜਾਂਦਾ? 6 ਹਫ਼ਤੇ, 6 ਮਹੀਨੇ, 3 ਹਫ਼ਤੇ ਜਾਂ ਫਿਰ 3 ਮਹੀਨੇ। ਤਾਂ ਇਹ ਸਮਾਂ ਹੁੰਦਾ ਹੈ ਜੀ 6 ਹਫ਼ਤਿਆਂ ਦਾ। 6 ਹਫ਼ਤੇ ਹੈ ਜਿਹੜੇ ਉਹ ਦਿੱਤੇ ਜਾਂਦੇ ਹੈ ਜੇਕਰ ਮੰਤਰੀ ਮੰਡਲ ਦਾ ਕੋਈ ਵੀ ਮੈਂਬਰ ਹੈ ਜਿਹੜਾ ਸੰਸਦ ਦਾ ਮੈਂਬਰ ਨਹੀਂ ਹੁੰਦਾ। ਤਾਂ 6 ਮਹੀਨਿਆਂ ਦਾ ਉਹਨੂੰ ਸਮਾਂ ਜਿਹੜਾ ਦਿੱਤਾ ਜਾਂਦਾ ਹੈ ਕਿ ਉਹ ਆਪਣੀ ਮੈਂਬਰੀ ਹੈ ਜਿਹੜੀ ਗ੍ਰਹਿਣ ਕਰੇ। ਸੋ ਦੋਸਤੋ ਇਹ ਅਗਲੇ ਭਾਗ ਦੇ ਅਗਲੇ ਮੋਸਟ ਇੰਪੋਰਟੈਂਟ ਕੁਐਸਚਨ ਸੀ। ਵੀਡੀਓ ਚੰਗੀ ਲੱਗੇ ਲਾਈਕ, ਕਮੈਂਟ ਅਤੇ ਅੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ। ਬਾਕੀ ਕੰਟੀਨਿਊ ਤੁਹਾਨੂੰ ਵੀਡੀਓਜ਼ ਜਿਹੜੀ ਪ੍ਰੋਵਾਈਡ ਕਰਦੇ ਰਹਾਂਗੇ ਨਵੇਂ ਟੌਪਿਕ 'ਤੇ ਜੋ ਵੀ ਉਹਦੇ ਨਾਲ ਰਿਲੇਟਡ ਕੁਐਸਚਨ ਬਣਦੇ ਆ ਉਸ ਟੌਪਿਕ 'ਤੇ। ਸੋ ਇਸ ਤੋਂ ਬਾਅਦ ਕੋਈ ਵੀ ਕੁਐਸਚਨ ਜਿਹੜੇ ਤੁਹਾਨੂੰ ਐਗਜ਼ਾਮ ਦੇ ਵਿੱਚ ਨਹੀਂ ਪੁੱਛੇ ਜਾਣਗੇ। ਸੋ ਜੋ ਵੀ ਇੰਪੋਰਟੈਂਟ ਕੁਐਸਚਨ ਹੈ ਤੁਹਾਨੂੰ ਕੰਟੀਨਿਊ ਪ੍ਰੋਵਾਈਡ ਕਰ ਰਹੇ ਹਾਂ। ਸੋ ਆਪਣਾ ਫਰਜ਼ ਸਮਝ ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ। ਸੋ ਮਿਲਦੇ ਹਾਂ ਜੀ ਅਗਲੇ ਭਾਗ ਦੇ ਵਿੱਚ ਅਗਲੇ ਨਵੇਂ ਪ੍ਰਸ਼ਨਾਂ ਨਾਲ। ਉਹ ਤੱਕ ਲਈ ਧੰਨਵਾਦ।